ਅੱਗੇ ਪੜ੍ਹਦੇ ਹਾਂ ਜੀ। ਮੌਰਿਆ ਦਾ ਰਾਜਨੀਤਿਕ ਇਤਿਹਾਸ, ਰਾਜਨੀਤਿਕ ਪੋਲੀਟੀਕਲ ਹਿਸਟਰੀ। ਪਹਿਲਾ ਨਾਮ ਆਉਂਦਾ ਜੀ ਚੰਦਰਗੁਪਤ ਮੌਰਿਆ ਦਾ। ਚੰਦਰਗੁਪਤ ਮੌਰਿਆ 322 ਤੋਂ 298 ਈਸਾ ਪੂਰਵ। ਚੰਦਰਗੁਪਤ ਮੌਰਿਆ ਇਹ ਮੌਰਿਆ ਸਾਮਰਾਜ ਦਾ ਸੰਸਥਾਪਕ ਸੀ, ਐਸਟੈਬਲਿਸ਼ਰ, ਸੰਸਥਾਪਕ ਸੀ। ਉਸਨੇ 25 ਸਾਲ ਦੀ ਛੋਟੀ ਉਮਰ ਵਿੱਚ ਨੰਦ ਵੰਸ਼ ਦੇ ਆਖਰੀ ਸ਼ਾਸਕ ਧਨਾਨੰਦ, ਇਸ ਨੂੰ ਹਰਾਇਆ ਸੀ ਜੀ, ਧਨਾਨੰਦ ਨੂੰ, ਤੇ ਪਾਟਲੀਪੁੱਤਰ ਤੇ ਕਬਜ਼ਾ ਲੈ ਲਿਆ ਸੀ। ਇਸ ਨੂੰ ਹਰਾ ਕੇ ਪਾਟਲੀਪੁੱਤਰ ਆਪਣੇ ਕਬਜ਼ੇ ਵਿੱਚ ਲੈ ਲਿਆ ਚੰਦਰਗੁਪਤ ਮੌਰਿਆ ਨੇ। ਇਸ ਕੰਮ ਵਿੱਚ ਉਸ ਦੀ ਮਦਦ ਕੌਟਿਲਿਆ ਨੇ ਕੀਤੀ। ਕੌਟਿਲਿਆ ਕੌਣ? ਚਾਣਕਿਆ। ਉਸਨੇ ਇਸ ਦੀ ਮਦਦ ਕੀਤੀ, ਜਿਸ ਨੂੰ ਚਾਣਕਿਆ ਜਾਂ ਵਿਸ਼ਨੂਗੁਪਤ ਵੀ ਕਿਹਾ ਜਾਂਦਾ ਸੀ। ਗੰਗਾ ਘਾਟੀ ਵਿੱਚ ਆਪਣੀ ਸ਼ਕਤੀ ਮਜ਼ਬੂਤੀ ਨਾਲ ਸਥਾਪਿਤ ਕਰਨ ਤੋਂ ਬਾਅਦ ਉਸਨੇ ਉੱਤਰ ਪੱਛਮ ਵੱਲ ਕੂਚ ਕੀਤਾ। ਪੰਜਾਬ ਸਾਈਡ, ਨਾਰਥ ਵੈਸਟ ਏਰੀਆ ਵੱਲ ਆ ਗਿਆ ਅਤੇ ਸਿੰਧ ਤੱਕ ਦੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ। ਇਹ ਵੀ ਏਰੀਏ ਉਸਦੇ ਅੰਦਰ ਆ ਗਏ। ਫਿਰ ਉਹ ਮੱਧ ਭਾਰਤ ਵਿੱਚ ਚਲਾ ਗਿਆ ਅਤੇ ਨਰਮਦਾ ਨਦੀ ਦੇ ਉੱਤਰ ਵੱਲ ਦੇ ਖੇਤਰ ਉੱਤੇ ਕਬਜ਼ਾ ਕਰ ਲਿਆ। ਨਰਮਦਾ ਨਦੀ ਤੋਂ ਉੱਤੇ ਏਰੀਏ ਆਪਣੇ ਅਧੀਨ ਕਰ ਲਿਆ। ਠੀਕ ਹੈ ਜੀ, ਕਾਫੀ ਜ਼ਿਆਦਾ ਏਰੀਆ ਆਪਣੇ ਅੰਦਰ ਲੈ ਲਿਆ। 305 ਈਸਾ ਪੂਰਵ ਵਿੱਚ ਉਸਨੇ ਸੈਲੂਕਸ ਨਿਕੇਟਰ ਦੇ ਵਿਰੁੱਧ ਮਾਰਚ ਕੀਤਾ। ਆਪਾਂ ਪੜ੍ਹਿਆ ਸੀ ਕਿ ਸਿਕੰਦਰ ਜਾਣ ਤੋਂ ਪਹਿਲਾਂ ਆਪਣੇ ਗਵਰਨਰ ਥਾਪ ਗਿਆ ਸੀ ਜੀ ਇਸ ਏਰੀਏ ਵਿੱਚ। ਤਾਂ ਇੱਥੋਂ ਦਾ ਇੱਕ ਮੇਨ ਬੰਦਾ ਸੀ ਜੀ ਜੋ ਰਾਜ ਕਰਦਾ ਸੀ, ਸੈਲੂਕਸ ਨਿਕੇਟਰ। ਚੰਦਰਗੁਪਤ ਮੌਰਿਆ ਨੇ ਉਸ ਨੂੰ ਹਰਾ ਦਿੱਤਾ ਅਤੇ ਇੱਕ ਸੰਧੀ ਤੇ ਦਸਤਖਤ ਕੀਤੇ। ਸੰਧੀ, ਟ੍ਰੀਟੀ ਸਾਈਨ ਕੀਤੀ ਸੈਲੂਕਸ ਨਿਕੇਟਰ ਦੇ ਨਾਲ, ਤੇ ਸੈਲੂਕਸ ਨਿਕੇਟਰ ਦੀ ਲੜਕੀ, ਉਸ ਦਾ ਵਿਆਹ ਕੀਤਾ ਗਿਆ ਚੰਦਰਗੁਪਤ ਮੌਰਿਆ ਨਾਲ। ਮੈਟਰੀਮੋਨੀਅਲ ਅਲਾਇੰਸ ਹੋ ਗਿਆ ਤੇ ਸੈਲੂਕਸ ਨਿਕੇਟਰ ਨੇ ਕਾਫੀ ਏਰੀਆ ਵੀ ਚੰਦਰਗੁਪਤ ਮੌਰਿਆ ਨੂੰ ਦੇਤਾ ਤੇ ਚੰਦਰਗੁਪਤ ਮੌਰਿਆ ਨੇ ਵੀ ਬਦਲੇ ਵਿੱਚ ਹਾਥੀ ਵਗੈਰਾ ਕਾਫੀ ਇਸ ਤਰ੍ਹਾਂ ਦਾ ਸਮਾਨ ਇਹਨੂੰ ਦਿੱਤਾ ਸੀ। ਸੰਧੀ ਦੁਆਰਾ ਸੈਲੂਕਸ ਨਿਕੇਟਰ ਨੇ ਮੌਰਿਆ ਸਾਮਰਾਜ ਨੂੰ ਸਿੰਧ ਦੇ ਪਾਰ ਦਾ ਏਰੀਆ, ਪਾਰ ਸਿੰਧ ਪ੍ਰਦੇਸ਼ ਅਰਥਾਤ ਆਰੀਆ, ਅਰਾਕੋਸੀਆ ਅਤੇ ਗਿਡਰੋਸੀਆ ਨੂੰ ਕਿਹਨੂੰ ਦੇਤਾ? ਚੰਦਰਗੁਪਤ ਮੌਰਿਆ ਨੂੰ। ਠੀਕ ਹੈ ਜੀ, ਇਹ ਭਾਵੇਂ ਇੰਨੇ ਨਾਂ ਵੀ ਯਾਦ ਰੱਖੋ, ਕੋਈ ਗੱਲ ਨਹੀਂ। ਉਸਨੇ ਆਪਣੀ ਧੀ ਦਾ ਵਿਆਹ ਵੀ ਮੌਰਿਆ ਰਾਜਕੁਮਾਰ ਚੰਦਰਗੁਪਤ ਮੌਰਿਆ ਨਾਲ ਕਰ ਦਿੱਤਾ। ਚੰਦਰਗੁਪਤ ਨੇ ਸੈਲੂਕਸ ਨਿਕੇਟਰ ਨੂੰ 500 ਹਾਥੀਆਂ ਦਾ ਤੋਹਫਾ ਵੀ ਦਿੱਤਾ। ਬਦਲੇ ਵਿੱਚ 500 ਹਾਥੀ ਚੰਦਰਗੁਪਤ ਨੇ ਦਿੱਤੇ। ਕਹਿਣ ਦਾ ਮਤਲਬ ਸੰਧੀ ਦੇ ਤਹਿਤ ਕਾਫੀ ਲੈਣ ਦੇਣ ਹੋਇਆ। ਹੁਣ ਪ੍ਰਸ਼ਨ ਪੁੱਛਿਆ ਜਾਂਦਾ ਆ ਕਿ ਉਹ ਗ੍ਰੀਕੀ ਕਿਹੜਾ ਬੰਦਾ ਸੀ ਜਿਹਦੀ ਲੜਕੀ ਨਾਲ ਚੰਦਰਗੁਪਤ ਮੌਰਿਆ ਦਾ ਇੱਕ ਸੰਧੀ ਦੇ ਤਹਿਤ ਵਿਆਹ ਹੋਇਆ ਸੀ? ਉਹ ਸੀ ਸੈਲੂਕਸ ਨਿਕੇਟਰ। ਮੈਗਾਸਥੀਨੀਜ਼ ਨੂੰ ਯੂਨਾਨੀ ਰਾਜਦੂਤ ਵੱਲੋਂ ਮੌਰਿਆ ਦਰਬਾਰ ਵਿੱਚ ਭੇਜਿਆ ਗਿਆ ਸੀ। ਯੂਨਾਨੀਆਂ ਵੱਲੋਂ ਕਿਹੜੇ ਬੰਦੇ ਨੂੰ ਮੌਰਿਆ ਦਰਬਾਰ ਵਿੱਚ ਐਜ਼ ਐਨ ਐਂਬੈਸਡਰ, ਮਤਲਬ ਰਾਜਦੂਤ ਦੇ ਰੂਪ ਵਿੱਚ ਭੇਜਿਆ ਗਿਆ ਸੀ? ਉਹ ਸੀ ਜੀ ਮੈਗਾਸਥੀਨੀਜ਼। ਮੈਗਾਸਥੀਨੀਜ਼, ਇਹਦੀ ਕਿਤਾਬ ਸੀ ਇੰਡੀਕਾ। ਚੰਦਰਗੁਪਤ ਨੇ ਆਪਣੇ ਜੀਵਨ ਦੇ, ਇੱਥੇ ਹੁਣ ਇੱਕ ਇੰਟਰਸਟਿੰਗ ਪੁਆਇੰਟ ਅਸੀਂ ਪੜ੍ਹ ਲਈਏ ਵੀ ਚੰਦਰਗੁਪਤ ਨੇ ਆਪਣੇ ਜੀਵਨ ਦੇ ਅੰਤ ਵਿੱਚ ਜੈਨ ਧਰਮ ਨੂੰ ਅਪਣਾ ਲਿਆ ਸੀ ਅਤੇ ਆਪਣੇ ਪੁੱਤਰ ਬਿੰਦੂਸਾਰ ਨੂੰ ਗੱਦੀ ਦੇ ਦਿੱਤੀ। ਚੰਦਰਗੁਪਤ ਨੇ ਐਂਡ ਵਿੱਚ ਕਿਹੜੇ ਧਰਮ ਨੂੰ ਅਪਣਾ ਲਿਆ ਸੀ? ਜੈਨ ਧਰਮ ਨੂੰ। ਤੇ ਉਸਦੇ ਪੁੱਤਰ ਬਿੰਦੂਸਾਰ ਨੇ ਕਿਹੜੇ ਧਰਮ ਨੂੰ ਸਰਪ੍ਰਸਤੀ ਦਿੱਤੀ ਸੀ? ਅਜੀਵਿਕਾ ਨੂੰ। ਤੇ ਇਹਦੇ ਪੁੱਤਰ ਅਸ਼ੋਕਾ ਨੇ ਕਿਹੜੇ ਧਰਮ ਨੂੰ ਅਪਣਾਇਆ ਸੀ, ਪ੍ਰਮੋਟ ਕੀਤਾ ਸੀ? ਬੁੱਧ ਧਰਮ ਨੂੰ। ਠੀਕ ਹੈ ਜੀ। ਫਿਰ ਉਹ ਕੌਣ? ਚੰਦਰਗੁਪਤ ਮੌਰਿਆ ਭਦਰਭਾਗੂ ਦੀ ਅਗਵਾਈ ਵਿੱਚ ਜੈਨ ਭਿਕਸ਼ੂਆਂ ਦੇ ਨਾਲ ਮੈਸੂਰ ਦੇ ਨੇੜੇ ਸ਼ਰਾਵਣਬੇਲਗੋਲਾ ਗਿਆ ਅਤੇ ਆਪਣੇ ਆਪ ਨੂੰ ਭੁੱਖਾ ਰੱਖ ਕੇ ਮਰ ਗਿਆ। ਆਪਾਂ ਪੜ੍ਹਿਆ ਕਿ ਜੈਨੀਆਂ ਦੇ ਦੋ ਗਰੁੱਪ ਬਣ ਗਏ ਸੀ, ਇੱਕ ਸਾਊਥ ਵਿੱਚ ਚਲਾ ਗਿਆ ਸੀ ਭਦਰਭਾਗੂ ਦੀ ਅਗਵਾਈ ਵਿੱਚ, ਤਾਂ ਇਹਦੇ ਨਾਲ ਚੰਦਰਗੁਪਤ ਮੌਰਿਆ ਵੀ ਚਲਾ ਗਿਆ ਸੀ ਸਾਊਥ ਵਿੱਚ, ਮੈਸੂਰ ਵਿੱਚ, ਤੇ ਸ਼ਰਾਵਣਬੇਲਗੋਲਾ ਵਿਖੇ ਉਹਨੇ ਆਪਣੇ ਆਪ ਨੂੰ ਸਟਾਰਵੇਸ਼ਨ ਟੂ ਡੈਥ ਕਰ ਲਿਆ ਸੀ। ਐਂਡ ਵਿੱਚ ਅੰਨ ਜਲ ਖਾਣ ਤੋਂ ਨਾ ਕਰ ਦਿੱਤੀ ਤੇ ਉਹ ਮਰ ਗਿਆ ਸੀ। ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਕਿ ਉਹ ਕਿਹੜਾ ਰਾਜਾ ਸੀ ਜਿਹੜਾ ਜੈਨ ਭਿਕਸ਼ੂਆਂ ਨਾਲ ਸਾਊਥ ਵਿੱਚ ਚਲਾ ਗਿਆ ਸੀ ਤੇ ਆਪਣੇ ਆਪ ਨੂੰ ਭੁੱਖਾ ਰੱਖ ਕੇ ਮਾਰ ਲਿਆ ਸੀ ਐਂਡ ਵਿੱਚ? ਉਹ ਸੀ ਜੀ ਚੰਦਰਗੁਪਤ ਮੌਰਿਆ। ਠੀਕ ਹੈ ਜੀ। ਇਸ ਦਾ ਪੁੱਤਰ ਹੁਣ ਅਸੀਂ ਪੜ੍ਹਦੇ ਹਾਂ ਜੀ ਬਿੰਦੂਸਾਰ। ਬਿੰਦੂਸਾਰ
ਬਿੰਦੂਸਾਰ। ਠੀਕ ਹੈ ਜੀ। ਬਿੰਦੂਸਾਰ ਨੂੰ ਯੂਨਾਨੀਆਂ ਦੁਆਰਾ ਅਮਿਤਰ ਗਥਾ ਭਾਵ ਦੁਸ਼ਮਣਾਂ ਦਾ ਕਾਤਲ ਕਿਹਾ ਜਾਂਦਾ ਸੀ। ਇਸ ਨੇ ਵੀ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ। ਹੁਣ ਪ੍ਰਸ਼ਨ ਆਉਂਦਾ ਤੁਹਾਨੂੰ ਵੀ ਯੂਨਾਨੀਆਂ ਨੇ ਉਹ ਕਿਹੜੇ ਮੌਰਿਆ ਬਾਦਸ਼ਾਹ ਨੂੰ ਅਮਿਤਰ ਗਥਾ ਕਹਿ ਕੇ ਸੰਬੋਧਿਤ ਕੀਤਾ, ਮਤਲਬ ਕਿ ਉਹ ਦੁਸ਼ਮਣਾਂ ਦਾ ਕਾਤਲ ਹੈ, ਸਲੇਅਰ ਆਫ ਦਾ ਐਨੀਮੀ ਆ, ਉਹ ਸੀ ਜੀ ਬਿੰਦੂਸਾਰ। ਕਿਹਾ ਜਾਂਦਾ ਹੈ ਕਿ ਉਸਨੇ ਡੈਕਨ ਮਤਲਬ ਆਪਣੇ ਦੱਖਣ ਦੇ ਪਠਾਰ ਜਿਹੜੇ ਆ, ਉੱਥੇ ਮੈਸੂਰ ਤੱਕ ਜਿੱਤਾਂ ਪ੍ਰਾਪਤ ਕਰ ਲਈਆਂ ਸਨ। ਠੀਕ ਹੈ ਜੀ। ਤਾਰਾਨਾਥ ਇੱਕ ਤਿੱਬਤੀ ਭਿਕਸ਼ੂ ਆ, ਉਹ ਲਿਖਦਾ ਹੈ ਕਿ ਬਿੰਦੂਸਾਰ ਨੇ 2 ਸਮੁੰਦਰਾਂ ਦੇ ਵਿਚਕਾਰ ਦੀ ਜ਼ਮੀਨ ਵਾਲੇ 16 ਰਾਜਾਂ ਨੂੰ ਜਿੱਤ ਲਿਆ ਸੀ। 2 ਸਮੁੰਦਰ ਕਿਹੜੇ ਹੋ ਗਏ? ਇੱਕ ਪਾਸੇ ਬੰਗਾਲ ਦੀ ਖਾੜੀ, ਇੱਕ ਪਾਸੇ ਅਰਬ ਸਾਗਰ। ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਏਰੀਆ ਆਪਣੇ ਅੰਡਰ ਕਰ ਲਿਆ ਸੀ। 16 ਰਾਜਾਂ ਨੂੰ ਜਿੱਤ ਲਿਆ ਸੀ। ਸੰਗਮ ਜਿਹੜਾ ਲਿਟਰੇਚਰ ਆ, ਜਿਹੜਾ ਤਮਿਲ ਸਾਹਿਤ ਆ, ਸੰਗਮ ਤਮਿਲ ਸਾਹਿਤ, ਇਹ ਅਸੀਂ ਪੜ੍ਹਾਂਗੇ ਕਿ ਨਾ ਸਾਊਥ ਵਿੱਚ ਸੰਗਮ ਲਿਟਰੇਚਰ ਆਉਂਦਾ ਜੀ। ਮੀਨ ਬੜੇ ਕਵੀਆਂ ਦੀ ਨਾ ਸੰਗਮ ਹੁੰਦਾ ਸੀ, ਤੇ 3 ਪ੍ਰਮੁੱਖ ਸੰਗਮ ਮੰਨੇ ਜਾਂਦੇ ਆ। ਮੀਨ ਟਾਈਮ ਟੂ ਟਾਈਮ ਹੋਏ, ਵੱਡੇ ਕਵੀਆਂ ਦਾ ਸੰਗਮ ਹੋਇਆ ਸੀ ਸਾਊਥ ਵਿੱਚ, ਤੇ ਕਾਫੀ ਜ਼ਿਆਦਾ ਸਾਹਿਤ ਲਿਖਿਆ ਗਿਆ ਸੀ। ਤੇ ਇਸ ਸਾਹਿਤ ਵਿੱਚ ਵੀ ਦੂਰ ਦੱਖਣ ਵੱਲ ਮੌਰਿਆ ਦੇ ਹਮਲੇ ਦੀ ਪੁਸ਼ਟੀ ਕਰਦਾ ਹੈ ਜੀ ਸੰਗਮ ਸਾਹਿਤ। ਤਮਿਲ ਸੰਗਮ ਸਾਹਿਤ ਵੀ ਇਹ ਕਹਿੰਦਾ ਹੈ, ਇਸ ਵਿੱਚ ਵੀ ਇਹ ਲਿਖਿਆ ਹੈ ਕਿ ਸਾਊਥ ਤੱਕ ਮੌਰਿਆ ਨੇ ਹਮਲੇ ਕੀਤੇ ਸੀ। ਠੀਕ ਹੈ ਜੀ। ਬਿੰਦੂਸਾਰ ਨੂੰ ਸੀਰੀਆ ਦੇ ਰਾਜੇ ਐਂਟੀਓਕਸ ਇੱਕ ਤੋਂ ਡਿਮਾਚਸ ਨਾਂ ਦਾ ਰਾਜਦੂਤ ਮਿਲਿਆ ਹੋਇਆ ਸੀ। ਇਹਦੇ ਦਰਬਾਰ ਵਿੱਚ ਸੀਰੀਆ ਦਾ ਇੱਕ ਰਾਜਦੂਤ ਸੀ। ਸੀਰੀਆ ਦਾ ਰਾਜਾ ਐਂਟੀਓਕਸ I ਨੇ ਇੱਕ ਰਾਜਦੂਤ ਭੇਜਿਆ ਹੋਇਆ ਸੀ ਇਹਦੇ ਦਰਬਾਰ ਵਿੱਚ। ਰਾਜਦੂਤ ਕੀ ਸੀ? ਡਿਮਾਚਸ। ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਵੀ ਸੀਰੀਆ ਦੇ ਰਾਜੇ ਐਂਟੀਓਕਸ I ਨੇ ਡਿਮਾਚਸ ਨਾਂ ਦਾ ਰਾਜਦੂਤ ਕਿਹੜੇ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਿਆ ਹੋਇਆ ਸੀ? ਚੰਦਰਗੁਪਤ ਮੌਰਿਆ, ਬਿੰਦੂਸਾਰ, ਅਸ਼ੋਕ ਜਾਂ ਕੁਛ ਹੋਰ, ਬ੍ਰਿਹਦਰਥ ਵਗੈਰਾ ਦਾ ਤੁਹਾਨੂੰ 4 ਆਪਸ਼ਨ ਦੇ ਦੇਣੇ ਆ, ਤੇ ਆਨਸਰ ਆ ਜੀ ਬਿੰਦੂਸਾਰ। ਬਿੰਦੂਸਾਰ ਨੇ ਐਂਟੀਓਕਸ ਇੱਕ ਨੂੰ ਮਿੱਠੀ ਵਾਈਨ, ਸਵੀਟ ਵਾਈਨ, ਸੁੱਕੀਆਂ ਹੋਈਆਂ ਅੰਜੀਰਾਂ, ਡਰਾਈ ਅੰਜੀਰ, ਫਿਗ ਅਤੇ ਇੱਕ ਸੌਫਿਸਟ ਦੀ ਮੰਗ ਕੀਤੀ ਸੀ। ਬਿੰਦੂਸਾਰ ਨੇ ਕਿਹਾ, ਹੇ ਸੀਰੀਆ ਦੇ ਰਾਜੇ ਐਂਟੀਓਕਸ I, ਮੈਨੂੰ ਤੁਸੀਂ ਇੱਕ ਮਿੱਠੀ ਵਾਈਨ ਭੇਜੋ। ਮਿੱਠੀ ਵਾਈਨ ਇੱਕ ਪ੍ਰਕਾਰ ਦੀ ਸ਼ਰਾਬ ਹੋ ਗਈ। ਸੁੱਕੀਆਂ ਹੋਈਆਂ ਅੰਜੀਰਾਂ, ਡਰਾਈ ਅੰਜੀਰਾਂ ਭੇਜੋ, ਫਿਗਸ ਭੇਜੋ, ਅਤੇ ਸੌਫਿਸਟ ਭੇਜੋ। ਇੱਕ ਸੌਫਿਸਟ ਦਿਓ। ਸੌਫਿਸਟ ਨਾ ਗ੍ਰੀਕੀ ਏਰੀਏ ਵਿੱਚ ਜਿਹੜੇ ਵਿਦਵਾਨ ਹੁੰਦੇ ਸੀ ਨਾ, ਉਹਨਾਂ ਨੂੰ ਕਿਹਾ ਜਾਂਦਾ ਸੀ। ਹੁਣ ਤੁਹਾਨੂੰ ਪ੍ਰਸ਼ਨ ਆ ਸਕਦਾ ਕਿ ਉਹ ਕਿਹੜਾ ਸਮਰਾਟ ਸੀ ਜਿਸ ਨੇ ਸੀਰੀਆ ਦੇ ਰਾਜੇ ਕੋਲੋਂ ਵਾਈਨ, ਅੰਜੀਰ ਅਤੇ ਸੌਫਿਸਟ ਦੀ ਮੰਗ ਕੀਤੀ ਸੀ? ਉਹ ਸੀ ਜੀ ਬਿੰਦੂਸਾਰ। ਤੇ ਸੀਰੀਆ ਦੇ ਰਾਜੇ ਨੇ ਮਿੱਠੀ ਵਾਈਨ ਤੇ ਸੁੱਕੀਆਂ ਅੰਜੀਰਾਂ ਵਗੈਰਾ ਤਾਂ ਭੇਜਤੀਆਂ, ਪਰ ਸੌਫਿਸਟ ਨਹੀਂ ਭੇਜੇ। ਕਿਉਂ? ਕਿਉਂਕਿ ਸੌਫਿਸਟ ਜਿਹੜੇ ਵਿਦਵਾਨ ਸੀ ਉਹਨਾਂ ਨੂੰ ਇਸ ਤਰ੍ਹਾਂ ਭੇਜਣਾ ਮਨਾ ਸੀ। ਉਹ ਕਹਿੰਦੇ ਨਹੀਂ, ਵਿਦਵਾਨ ਸਾਡੀ ਪੂੰਜੀ ਆ, ਅਸੀਂ ਦੂਸਰੇ ਨੂੰ ਨਹੀਂ ਦੇ ਸਕਦੇ। ਐਂਟੀਓਕਸ I ਨੇ ਸੌਫਿਸਟ ਨੂੰ ਛੱਡ ਕੇ ਬਾਕੀ ਚੀਜ਼ਾਂ ਭੇਜ ਦਿੱਤੀਆਂ ਸਨ। ਠੀਕ ਹੈ ਜੀ। ਕਿਉਂ? ਕਿਉਂਕਿ ਯੂਨਾਨੀ ਕਾਨੂੰਨ ਸੌਫਿਸਟ ਨੂੰ ਭੇਜਣ ਦੀ ਮਨਾਹੀ ਕਰਦਾ ਸੀ ਵੀ ਸੌਫਿਸਟ ਨਹੀਂ ਭੇਜਣੇ। ਬਿੰਦੂਸਾਰ ਨੇ ਇੱਕ ਧਾਰਮਿਕ ਸੰਪਰਦਾ ਆਜੀਵਿਕਾ ਇਸ ਦਾ ਸਮਰਥਨ ਕੀਤਾ ਸੀ। ਅਸੀਂ ਪੜ੍ਹਾਂਗੇ ਆਜੀਵਿਕਾ ਵੀ ਇੱਕ ਸੈਕਟ ਸੀ, ਤੇ ਇਹ ਤੁਹਾਡੇ ਜੈਨ ਬੋਧੀਆਂ ਤੋਂ ਜਸਟ ਪਹਿਲਾਂ ਦੀ ਗੱਲ ਆ। ਉਸਲਾਂ ਤੋਂ ਹੋਂਦ ਵਿੱਚ ਆਇਆ ਸੀ। ਬਾਅਦ ਵਿੱਚ ਇਹਦੇ ਕੋਈ ਇੰਨੇ ਪ੍ਰਮਾਣ ਨਹੀਂ ਮਿਲਦੇ। ਇਹ ਵੀ ਵੈਸੇ ਫਿਰਤੂ ਹੁੰਦੇ ਸੀ, ਜ਼ਿਆਦਾਤਰ ਮੌਂਕ ਹੁੰਦੇ ਸੀ। ਤੇ ਇਸ ਨੇ ਬਿੰਦੂਸਾਰ ਨੇ ਕਿਹੜੇ ਧਰਮ ਦਾ ਉਹਦਾ ਸਮਰਥਨ ਕੀਤਾ? ਆਜੀਵਿਕਾ ਸੈਕਟ ਦਾ, ਆਜੀਵਿਕਾ ਧਰਮ ਦਾ। ਬਿੰਦੂਸਾਰ ਨੇ ਆਪਣੇ ਪੁੱਤਰ ਅਸ਼ੋਕ ਨੂੰ ਉਜੈਨ ਦਾ ਗਵਰਨਰ ਨਿਯੁਕਤ ਕੀਤਾ ਸੀ। ਅਸ਼ੋਕ ਪਹਿਲਾਂ ਕਿਸ ਏਰੀਏ ਦਾ ਗਵਰਨਰ ਸੀ? ਉਜੈਨ ਦਾ, ਸੈਂਟਰ ਇੰਡੀਆ ਵਿੱਚ। ਠੀਕ ਹੈ ਜੀ। ਹੁਣ ਅਸੀਂ ਪੜ੍ਹਾਂਗੇ ਮਹਾਨ ਅਸ਼ੋਕਾ ਦਾ ਗ੍ਰੇਟ। ਅਸ਼ੋਕਾ ਦਾ ਅੰਪਾਇਰ ਦੇਖ ਲਓ ਜੀ। ਹਾਂ, ਬਹੁਤ ਵੱਡਾ ਅੰਪਾਇਰ ਸੀ। ਹਾਂ, ਦੇਖੋ ਕਿੱਥੇ ਤੱਕ ਆ। ਮੇਨ ਗੱਲ ਯਾਦ ਰੱਖਣ ਵਾਲੀ ਆ ਕਿ ਜਿਹੜਾ ਸਾਊਥ ਵਾਲਾ ਚੋਲਾ, ਪਾਂਡਿਆ ਤੇ ਕੇਰਲਾ ਪੁੱਤਰ ਹੋ ਗਏ ਜੀ ਚੇਰਾ, ਚੋਲਾ ਤੇ ਪਾਂਡਿਆ। ਇਹ ਅਸ਼ੋਕਾ ਦੇ ਅੰਪਾਇਰ ਵਿੱਚ ਸ਼ਾਮਿਲ ਨਹੀਂ ਸੀ। ਇਹ ਇੰਪੋਰਟੈਂਟ ਪੁਆਇੰਟ ਹੋ ਗਿਆ। ਠੀਕ ਹੈ ਜੀ।
ਅਸ਼ੋਕ ਦੇ ਮੁੱਢਲੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸਨੇ ਉਜੈਨ ਦੇ ਗਵਰਨਰ ਵਜੋਂ ਕੰਮ ਕੀਤਾ ਅਤੇ ਆਪਣੇ ਪਿਤਾ ਬਿੰਦੂਸਾਰ ਦੇ ਰਾਜ ਦੌਰਾਨ ਤਕਸਲਾ ਵਿੱਚ ਇੱਕ ਬਗਾਵਤ ਨੂੰ ਵੀ ਦਬਾ ਦਿੱਤਾ ਸੀ, ਮਤਲਬ ਕਾਬਿਲ ਸੀ। ਅਸ਼ੋਕ ਨੇ ਗੱਦੀ ਪ੍ਰਾਪਤ ਕਰਨ ਅਤੇ ਉਸਦੇ ਅਸਲ ਤਾਜਪੋਸ਼ ਸੀ, ਉਸਨੇ ਗੱਦੀ ਪ੍ਰਾਪਤ ਕੀਤੀ 273 ਈਸਵੀ ਪੂਰਵ ਵਿੱਚ ਤੇ ਉਸਦੀ ਤਾਜਪੋਸ਼ੀ ਹੋਈ 269 ਈਸਾ ਪੂਰਵ ਵਿੱਚ, ਮਤਲਬ ਟੋਟਲ 4 ਸਾਲਾਂ ਦਾ ਫਰਕ ਸੀ। ਇਹਨਾਂ ਵਿਚਕਾਰ 4 ਸਾਲਾਂ ਦਾ ਅੰਤਰਾਲ ਸੀ। ਕਹਿਣ ਦਾ ਮਤਲਬ ਵੀ ਉਹਦੀ ਗੱਦੀ ਪ੍ਰਾਪਤੀ ਤੇ ਰਾਜਾ ਬਣਨ ਦੇ ਵਿੱਚ 4 ਸਾਲਾਂ ਦਾ ਫਰਕ ਸੀ। ਤਾਂ ਇਸ ਸਮੇਂ ਦੌਰਾਨ ਅਵਸ਼ ਹੀ ਉਸਦੇ ਜਿਹੜੇ ਵਿਰੋਧੀ ਹੋਊਗੇ ਜਾਂ ਤਖਤ ਦੇ ਹੋਰ ਜਿਹੜੇ ਆਪਣੇ ਕਲੇਮ ਕਰਦੇ ਸੀ ਤਖਤ ਨੂੰ, ਉਹਨਾਂ ਵਿਚਕਾਰ ਸੰਘਰਸ਼ ਚੱਲਦਾ ਰਿਹਾ ਹੋਵੇਗਾ। ਇਸ ਲਈ ਉਪਲਬਧ ਪ੍ਰਮਾਣਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਬਿੰਦੂਸਾਰ ਦੀ ਮੌਤ ਤੋਂ ਬਾਅਦ ਗੱਦੀ ਲਈ ਸੰਘਰਸ਼ ਹੋਇਆ ਸੀ। ਸਿਲੋਨ ਇਤਿਹਾਸ, ਸਿਲੋਨ ਕਿਹੜਾ? ਸ਼੍ਰੀਲੰਕਾ ਵਾਲਾ। ਉਸ ਦੇ ਇਤਿਹਾਸ ਵਿੱਚ ਕਿਤਾਬਾਂ ਸਾਨੂੰ ਮਿਲਦੀਆਂ ਜੀ, ਦੀਪਵੰਸ਼ ਤੇ ਮਹਾਵੰਸ਼। ਉਸ ਵਿੱਚ ਲਿਖਿਆ ਹੈ ਕਿ ਅਸ਼ੋਕ ਨੇ ਆਪਣੇ ਵੱਡੇ ਭਰਾ ਸੁਸ਼ੀਮਾ ਸਮੇਤ ਆਪਣੇ 99 ਭਰਾਵਾਂ ਨੂੰ ਮਾਰਨ ਤੋਂ ਬਾਅਦ ਸੱਤਾ ਹਾਸਲ ਕੀਤੀ ਸੀ। 100 ਭਰਾਵਾਂ ਨੂੰ ਮਾਰ ਕੇ ਉਹ ਸੱਤਾ ਤੇ ਕਾਬਿਜ਼ ਹੋਇਆ ਸੀ। ਪਰ ਇਹ ਗੱਲ ਥੋੜੀ ਨਾ ਅਜੀਬ ਲੱਗਦੀ ਆ, 100 ਬਹੁਤ ਜ਼ਿਆਦਾ ਹੋ ਜਾਂਦੇ ਆ। ਤੇ ਸਭ ਤੋਂ ਛੋਟਾ ਭਰਾ ਤਿੱਸਾ ਬਚ ਗਿਆ ਸੀ, ਇਹ ਗੱਲ ਕਹੀ ਜਾਂਦੀ ਆ। ਪਰ ਤਿੱਬਤ ਦੇ ਤਾਰਨਾਥਾਂ ਅਨੁਸਾਰ, ਤਾਰਨਾਥ ਤਿੱਬਤ ਦਾ ਕੋਈ ਇੱਕ ਸਕੋਲਰ ਆ, ਉਸ ਅਨੁਸਾਰ ਅਸ਼ੋਕ ਨੇ ਆਪਣੇ 6 ਭਰਾਵਾਂ ਨੂੰ ਹੀ ਮਾਰਿਆ ਸੀ। ਅਸ਼ੋਕ ਦੇ ਹੁਕਮਨਾਮੇ, ਅਸ਼ੋਕ ਦੇ ਐਡਿਕਟ ਜਿਹੜੇ ਅਸੀਂ ਪੜ੍ਹੇ ਪਹਿਲਾਂ, ਐਡਿਕਟ ਪੱਥਰ ਤੇ ਖੁਦਵਾਏ ਹੋਏ ਅੱਖਰ, ਉਸ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਉਸਦੇ ਭਰਾ ਉਸਦੇ ਪ੍ਰਸ਼ਾਸਨ ਵਿੱਚ ਅਫਸਰ ਵਜੋਂ ਕੰਮ ਕਰਦੇ ਸਨ। ਉਹਦੇ ਪ੍ਰਸ਼ਾਸਨ ਵਿੱਚ, ਐਡਮਿਨਿਸਟ੍ਰੇਸ਼ਨ ਵਿੱਚ ਉਹਦੇ ਭਰਾ ਵੀ ਅਫਸਰ ਸੀ। ਇਹਦਾ ਮਤਲਬ ਉਸਨੇ ਸਾਰੇ ਭਰਾ ਨਹੀਂ ਮਾਰੇ ਸੀ। ਕਿਉਂਕਿ ਆਪਣੇ ਐਡਮਿਨਿਸਟ੍ਰੇਸ਼ਨ ਵਿੱਚ ਉਸਦੇ ਆਪਣੇ ਭਰਾ ਵੀ ਐਜ਼ ਏ ਅਫਸਰ ਨਿਯੁਕਤ ਹੋਏ ਸੀ। ਅੱਛਾ ਜੀ। ਹਾਲਾਂਕਿ ਇਹ ਸਪਸ਼ਟ ਹੈ ਕਿ ਅਸ਼ੋਕ ਦਾ ਉੱਤਰਾਧਿਕਾਰ ਵਿਵਾਦਪੂਰਨ ਸੀ, ਵੀ ਸੰਘਰਸ਼ ਜ਼ਰੂਰ ਚੱਲਿਆ ਹੋਏਗਾ ਭਰਾਵਾਂ ਵਿੱਚ, ਆਪਸ ਵਿੱਚ ਕੁਝ ਨਾ ਕੁਝ ਸੰਘਰਸ਼ ਜ਼ਰੂਰ ਸੀਗਾ ਚੱਲਿਆ। ਅਸ਼ੋਕ ਦੀ ਰਾਜ ਦੀ ਸਭ ਤੋਂ ਮਹੱਤਵਪੂਰਨ ਘਟਨਾ 261 ਈਸਵੀ ਪੂਰਵ ਵਿੱਚ ਕਲਿੰਗਾ ਨਾਲ ਉਸਦੀ ਜੇਤੂ ਜੰਗ ਸੀ। ਉੜੀਸਾ ਵਿੱਚ ਕਲਿੰਗਾ ਏਰੀਆ ਆ, ਉੱਥੇ ਅਸ਼ੋਕ ਨੇ ਜੰਗ ਲੜੀ। ਜੰਗ ਭਾਵੇਂ ਜਿੱਤ ਲਈ, ਪਰ ਉਸ ਤੋਂ ਬਾਅਦ ਅਸ਼ੋਕ ਨੂੰ ਬਹੁਤ ਬੁਰਾ ਲੱਗਾ। ਯੁੱਧ ਦੇ ਜਿਹੜੇ ਫਰਮਾਨ ਆ, ਐਡਿਕਟ ਆ, ਉਸ ਵਿੱਚ ਵੀ ਇਹ ਗੱਲ ਦਰਜ ਹੈ ਕਿ ਯੁੱਧ ਦੇ ਪ੍ਰਭਾਵਾਂ ਦਾ ਵਰਣਨ ਰੌਕ ਐਡਿਕਟ, ਰੌਕ ਫਰਮਾਨ 13, ਇਹ ਇੰਪੋਰਟੈਂਟ ਹੈ ਜੀ। ਕਿਹੜੇ ਰੌਕ ਫਰਮਾਨ ਵਿੱਚ ਅਸ਼ੋਕ ਨੇ ਇਹ ਗੱਲ ਕਹੀ ਕਿ ਮੈਂ ਕਲਿੰਗ ਦੀ ਯੁੱਧ ਜਿੱਤ ਤਾਂ ਲਈ, ਪਰ ਬਹੁਤ ਲੋਕ ਮਰ ਗਏ, ਇਸ ਸਭ ਨਾਲ ਮੇਰੇ ਤੇ ਕਾਫੀ ਪ੍ਰਭਾਵ ਪਿਆ, ਇਸ ਤਰ੍ਹਾਂ ਦੀਆਂ ਗੱਲਾਂ। ਕਿਹੜਾ ਸੀ ਫਰਮਾਨ? ਉਹ 13ਵਾਂ ਇੰਪੋਰਟੈਂਟ ਪੁਆਇੰਟ ਆ, ਰੌਕ ਐਡਿਕਟ 13। ਇਸ ਵਿੱਚ ਅਸ਼ੋਕਾ ਦੁਆਰਾ ਇਹ ਗੱਲ ਕਹੀ ਗਈ ਸੀ ਕਿ 1,50,000 ਮਾਰੇ ਗਏ, 1.5 ਲੱਖ ਮਾਰੇ ਗਏ ਅਤੇ ਇਸ ਤੋਂ ਕਈ ਗੁਣਾ ਦੀ ਮੌਤ ਹੋ ਗਈ ਸੀ। ਕਈ ਮਰ ਗਏ, ਕਈ ਗੁਣਾ ਜ਼ਖਮੀ ਹੋ ਗਏ, ਕਈ ਗੁਣਾ ਜ਼ਖਮੀ, ਜੈਸੇ ਕੋਈ ਜ਼ਖਮੀ ਹੋ ਗਏ ਸੀ। ਇਹ ਸਾਰੀ ਗੱਲਾਂ ਉਸਨੇ ਲਿਖੀਆਂ ਤੇ ਉਹ ਕਹਿੰਦਾ ਵੀ ਇਹ ਗੱਲਾਂ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਪਿਆ ਕਿ ਮੈਂ ਕੀ ਪਾਇਆ। ਤਾਂ ਫਿਰ ਇਸ ਤੋਂ ਬਾਅਦ ਯੁੱਧ ਵਿੱਚ ਉਸਨੇ ਕਲਿੰਗਾ ਨੂੰ ਮੌਰਿਆ ਸਾਮਰਾਜ ਨਾਲ ਮਿਲਾਇਆ। ਉਹ ਕਹਿੰਦਾ ਕਲਿੰਗਾ ਮੇਰੇ ਨਾਲ ਮਿਲ ਤਾਂ ਗਿਆ, ਪਰ ਅਸੀਂ ਇੰਨੇ ਲੋਕ ਮਾਰ ਦਿੱਤੇ ਯਾਰ। ਕਲਿੰਗ ਯੁੱਧ ਦਾ ਇੱਕ ਹੋਰ ਸਭ ਤੋਂ ਮਹੱਤਵਪੂਰਨ ਪ੍ਰਭਾਵ ਇਹ ਸੀ ਕਿ ਅਸ਼ੋਕ ਨੇ ਬੋਧੀ ਭਿਕਸ਼ੂ ਉਪਗੁਪਤ ਦੇ ਪ੍ਰਭਾਵ ਅਧੀਨ ਬੁੱਧ ਧਰਮ ਅਪਣਾ ਲਿਆ ਸੀ। ਇਹ ਪੁਆਇੰਟ ਨੋਟ ਕਰੋ, ਇੰਪੋਰਟੈਂਟ, ਵੀ ਬੁੱਧ ਦੇ ਅਸ਼ੋਕ ਤੇ ਕਾਫੀ ਪ੍ਰਭਾਵ ਪਿਆ ਤਾਂ ਫਿਰ ਉਸਨੇ ਬੁੱਧ ਧਰਮ ਅਪਣਾ ਲਿਆ ਸੀ। ਹੁਣ ਗੱਲ ਆਉਂਦੀ ਹੈ ਕਿ ਉਹ ਕਿਹੜਾ ਭਿਕਸ਼ੂ ਸੀ ਜਿਸ ਦੇ ਪ੍ਰਭਾਵ ਅਧੀਨ ਅਸ਼ੋਕ ਨੇ ਬੁੱਧ ਧਰਮ ਅਪਣਾਇਆ ਸੀ? ਉਹ ਸੀ ਜੀ ਉਪਗੁਪਤ। ਉਪਗੁਪਤ ਇੰਪੋਰਟੈਂਟ ਨਾਮ ਹੋ ਗਿਆ, ਉਪਗੁਪਤ। ਕੁਝ ਵਿਦਵਾਨਾਂ ਦੇ ਅਨੁਸਾਰ ਉਸ ਦਾ ਬੁੱਧ ਧਰਮ ਵਿੱਚ ਪਰਿਵਰਤਨ ਹੌਲੀ ਹੌਲੀ ਸੀ ਅਤੇ ਤੁਰੰਤ ਨਹੀਂ ਸੀ। ਉਹ ਇੱਕਦਮ ਬੋਧੀ ਨਹੀਂ ਬਣ ਗਿਆ ਸੀ, ਹੌਲੀ ਹੌਲੀ ਉਹ ਬੋਧੀ ਬਣਿਆ ਸੀ। ਲਗਭਗ 261 ਈਸਾ ਪੂਰਵ ਵਿੱਚ ਅਸ਼ੋਕ ਇੱਕ ਸ਼ਾਕਿਆ ਉਪਾਸਕ ਬਣ ਗਿਆ, ਮਤਲਬ ਪਹਿਲਾਂ ਉਹ ਆਮ ਉਪਾਸਕ ਬਣਿਆ ਅਤੇ 2.5 ਸਾਲ ਬਾਅਦ ਫਿਰ ਭਿਕਸ਼ੂ ਬਣ ਗਿਆ। ਠੀਕ ਹੈ ਜੀ, ਭਿਕਸ਼ੂ ਬਣ ਗਿਆ। ਫਿਰ ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ, ਬੌਧ ਗਿਆ ਦਾ ਦੌਰਾ ਕੀਤਾ ਅਤੇ ਮਿਸ਼ਨਾਂ ਦਾ ਆਯੋਜਨ ਕੀਤਾ। ਮਿਸ਼ਨ, ਉਸਨੇ ਨਾ ਮਿਸ਼ਨ ਬਣਾਏ, ਇਹਦਾ ਗਰੁੱਪ ਆਫ ਪੀਪਲ ਬਣਾਏ ਵੀ ਤੁਸੀਂ ਜਾ ਕੇ ਬੁੱਧ ਧਰਮ ਦਾ ਪ੍ਰਚਾਰ ਕਰੋ। ਮਿਸ਼ਨਾਂ ਦਾ ਆਯੋਜਨ ਕੀਤਾ। ਉਸਨੇ ਧੰਮ ਦੀ ਤਰੱਕੀ ਨੂੰ ਤੇਜ਼ ਕਰਨ ਲਈ
ਧਰਮ ਮਹਾਮੰਤਰਾ ਵੀ ਕੀ ਲਿਖਿਆ ਹੈ ਅੰਗਰੇਜ਼ੀ ਵਿੱਚ ਨਾਮਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤੇ ਸਨ। ਧਰਮ ਮਹਾਮੰਤਰਾ ਨਾਮਕ ਉਸਨੇ ਅਧਿਕਾਰੀ ਨਿਯੁਕਤ ਕੀਤੇ ਕਿ ਤੁਸੀਂ ਧੰਮ ਨੂੰ ਫੈਲਾਓ। ਇੱਥੇ ਧੰਮ ਬੁੱਧ ਧਰਮ ਦੀ ਸਿੱਖਿਆਵਾਂ ਵੀ ਆ ਤੇ ਪਲੱਸ ਜੋ ਅਸ਼ੋਕ ਦੇ ਆਪਣੇ ਵਿਚਾਰ ਰਿਪਰੈਜ਼ੈਂਟ ਕਰਦੇ ਆ ਉਹ ਵੀ ਗੱਲ ਆ। ਇਹ ਵੀ ਪ੍ਰਸ਼ਨ ਆਇਆ ਹੋਇਆ ਕਿ ਉਹ ਕਿਹੜਾ ਰਾਜਾ ਸੀ ਜਿਨ ਧੰਮ ਦੀ ਤਰੱਕੀ ਲਈ ਧਰਮ ਮਹਾਮੰਤਰਾ ਦੀ ਸਥਾਪਨਾ ਕੀਤੀ, ਨਿਯੁਕਤ ਕੀਤੇ। ਅਸ਼ੋਕ ਸਮਰਾਟ ਅਸ਼ੋਕ 241 ਈਸਾ ਪੂਰਵ ਵਿੱਚ ਉਸਨੇ ਕਪਿਲਵਸਤੂ ਦੇ ਨੇੜੇ ਲੁੰਬੀਨੀ ਗਾਰਡਨ ਮਤਲਬ ਜਿੱਥੇ ਬੁੱਧ ਦਾ ਜਨਮ ਹੋਇਆ ਸੀ ਉਸਦਾ ਦੌਰਾ ਕੀਤਾ। ਲੁੰਬੀਨੀ ਗਾਰਡਨ ਵੀ ਗਿਆ। ਉਸਨੇ ਬੁੱਧ ਧਰਮ ਦੇ ਹੋਰ ਪਵਿੱਤਰ ਸਥਾਨਾਂ ਜਿਵੇਂ ਕਿ ਸਾਰਨਾਥ, ਸਰਾਵਸਤੀ ਅਤੇ ਕੁਸ਼ੀਨਗਰ ਦਾ ਵੀ ਦੌਰਾ ਕੀਤਾ। ਠੀਕ ਹੈ ਜੀ, ਆਹ ਇੰਪੋਰਟੈਂਟ ਪੁਆਇੰਟ ਹੋ ਗਏ। ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਧੀ ਸੰਗਮਿਤਰਾ ਦੇ ਅਧੀਨ ਇੱਕ ਮਿਸ਼ਨ ਸ਼੍ਰੀਲੰਕਾ ਭੇਜਿਆ। ਉਸਨੇ ਸ਼੍ਰੀਲੰਕਾ ਭੇਜਿਆ ਆਪਣੇ ਪੁੱਤਰ ਤੇ ਧੀ ਨੂੰ। ਪੁੱਤਰ ਦਾ ਨਾਮ ਮਹਿੰਦਰ ਤੇ ਧੀ ਦਾ ਨਾਮ ਸੰਗਮਿਤਰਾ, ਜਿਸਨੇ ਉੱਥੇ ਮੂਲ ਬੋਧੀ ਰੁੱਖ ਦੀ ਟਾਹਣੀ ਲਾਈ। ਇਹਨਾਂ ਨੇ ਜਿਹੜਾ ਆਪਣਾ ਬੁੱਧ ਗਿਆ ਵਾਲਾ ਬੋਹੜ ਦਾ ਦਰਖਤ ਸੀ ਨਾ, ਉਹਦੀ ਟਾਹਣੀ, ਉਹਦਾ ਪੌਦਾ ਜਾ ਕੇ ਸ਼੍ਰੀਲੰਕਾ ਲਾਇਆ। ਇਹਨਾਂ ਨੇ ਕਿਹਨਾਂ ਨੇ? ਅਸ਼ੋਕ ਦੇ ਪੁੱਤਰ ਤੇ ਧੀ ਨੇ। ਇੰਪੋਰਟੈਂਟ ਪੁਆਇੰਟ ਹੋ ਗਿਆ ਕਿ ਉਹਨਾਂ ਨੇ ਆਪਣੇ ਪੁੱਤਰ ਤੇ ਧੀ ਨੂੰ ਸ਼੍ਰੀਲੰਕਾ ਭੇਜਿਆ ਤਾਂ ਇਹ ਆਪਣੇ ਨਾਲ ਬੋਧੀ ਰੁੱਖ ਦੀ ਟਾਹਣੀ ਲੈ ਗਏ ਤਾਂ ਉਹਨਾਂ ਨੇ ਉੱਥੇ ਜਾ ਕੇ ਬੋਧੀ ਰੁੱਖ ਲਗਾਇਆ। ਠੀਕ ਹੈ ਜੀ। ਸੰਘ ਨੂੰ ਮਜ਼ਬੂਤ ਕਰਨ ਲਈ ਅਸ਼ੋਕ ਨੇ 240 ਈਸਾ ਪੂਰਵ ਵਿੱਚ ਪਾਟਲੀਪੁੱਤਰ ਵਿਖੇ ਤੀਜੀ ਬੌਧ ਸਭਾ ਬੁਲਾਈ ਸੀ। ਤੀਜੀ ਬੌਧ ਸਭਾ ਕਿਹਨੇ ਬੁਲਾਈ ਸੀ? ਸਮਰਾਟ ਅਸ਼ੋਕ ਨੇ। ਠੀਕ ਹੈ ਜੀ। ਇਸ ਦੀ ਪ੍ਰਧਾਨਗੀ ਮੋਗਲੀ ਪੁੱਤਰ ਤਿੱਸਾ ਨੇ ਕੀਤੀ ਸੀ। ਇਹ ਪ੍ਰਸ਼ਨ ਆ ਜਾਣਾ ਕਿ ਤੀਜੀ ਬੋਧੀ ਕੌਂਸਲ ਦੀ ਪ੍ਰਧਾਨਗੀ ਕਿਹਨੇ ਕੀਤੀ ਸੀ? ਮੋਗਲੀ ਪੁੱਤਰ ਤਿੱਸਾ ਨੇ ਕੀਤੀ ਸੀ ਜੀ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।